ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਨ ਲੱਗੇ ਹਾਂ ਦੈਟ ਇਜ਼ ਅੰਡਰਸਟੈਂਡਿੰਗ ਸ਼ੇਪਸ। ਅੰਡਰਸਟੈਂਡਿੰਗ ਸ਼ੇਪਸ ਦੇ ਵਿੱਚ ਫਸਟ ਆਪਾਂ ਬੇਸਿਕ ਕਨਸੈਪਟ ਕਰਨ ਲੱਗੇ ਅੰਡਰਸਟੈਂਡਿੰਗ ਸ਼ੇਪਸ ਦੇ। ਬੇਸਿਕ ਕਨਸੈਪਟ ਵਿੱਚ ਕੀ ਹੈ, ਇਹਦੇ ਵਿੱਚ ਮੇਨਲੀ ਆਪਾਂ ਨੂੰ ਪੋਲੀਗਨਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪੋਲੀਗਨਸ ਕੀ ਹੁੰਦੇ ਆ ਅਤੇ ਪੋਲੀਗਨਸ ਦੀਆਂ ਟਾਈਪਸ ਬਾਰੇ ਪਤਾ ਹੋਣਾ ਚਾਹੀਦਾ ਹੈ। ਪੋਲੀਗਨਸ ਕੀ ਹੁੰਦੇ, ਦੇਖੋ ਧਿਆਨ ਨਾਲ। ਪੋਲੀਗਨ ਵਿੱਚ ਹੁੰਦਾ ਕਿ ਜਦੋਂ ਕੋਈ ਵੀ ਸਟ੍ਰੇਟ ਲਾਈਨਸ ਆ ਕੇ ਮੀਟ ਹੋ ਕੇ ਉਹ ਕੀ ਇੱਕ ਕਲੋਜ਼ ਫਿਗਰ ਬਣਾ ਦੇਣ, ਉਹਨੂੰ ਆਪਾਂ ਪੋਲੀਗਨਸ ਕਹਿੰਦੇ ਹਾਂ। ਹੁਣ ਪੋਲੀਗਨਸ ਦੀ ਪਛਾਣ ਕਿਵੇਂ ਆਉਂਦੀ ਕਿ ਇਹ ਪੋਲੀਗਨ ਹੈਗਾ ਕਿ ਨਹੀਂ। ਪੋਲੀਗਨ ਤੁਸੀਂ ਕੋਈ ਵੀ ਇੱਕ ਪੋਲੀਗਨ ਲੈ ਲੈਣਾ, ਕੋਈ ਵੀ ਇੱਕ ਫਿਗਰ ਲੈ ਲੈਣੀ ਹੈ, ਉਹ ਫਿਗਰ ਦਾ ਕੋਈ ਵੀ ਇੱਕ ਵਰਟੈਕਸ ਲੈ ਲੈਣਾ, ਹਰੇਕ ਵਰਟੈਕਸ ਦੇਖਣਾ ਹੈ। ਅਗਰ ਤਾਂ ਉਹ ਵਰਟੈਕਸ ਤੋਂ ਦੋ ਲਾਈਨਸ ਹੀ ਓਰੀਜੀਨੇਟ ਹੋ ਰਹੀ ਹੈ ਤਾਂ ਉਹ ਇੱਕ ਪੋਲੀਗਨ ਹੈਗਾ। ਜਿਵੇਂ ਇਹਦੇ ਤੋਂ ਆਹ ਦੋ ਲਾਈਨਸ ਹੈ, ਇੱਥੋਂ ਆਹ ਦੋ ਲਾਈਨਸ ਹੈ, ਇੱਥੋਂ ਆਹ ਦੋ ਲਾਈਨਸ ਹੈ, ਇੱਥੋਂ ਆਹ ਦੋ ਲਾਈਨਸ ਹੈ, ਤਾਂ ਇਹ ਇੱਕ ਪੋਲੀਗਨ ਹੈਗਾ। ਜੇ ਮੈਂ ਕਹਾਂ ਕਿ ਪੋਲੀਗਨ ਆਹ ਵਾਲੀ ਚੀਜ਼ ਪੋਲੀਗਨ ਹੈਗੀ ਹੈ ਤਾਂ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ ਮੈਂ ਕਿਹਾ ਸੀ ਪੋਲੀਗਨ ਜਿਹੜਾ ਉਹ ਸਟ੍ਰੇਟ ਲਾਈਨਸ ਨੂੰ ਜੋੜ ਕੇ ਹੀ ਬਣਿਆ ਹੋਣਾ ਚਾਹੀਦਾ ਹੈ। ਬਟ ਜਿਹੜੀ ਆਹ ਵਾਲੀ ਚੀਜ਼ ਹੈ ਇਹ ਤਾਂ ਕਰਵਡ ਲਾਈਨ ਹੈ, ਤਾਂ ਕਰਵਡ ਲਾਈਨ ਅਗਰ ਕਿਤੇ ਵੀ ਆ ਗਈ ਤਾਂ ਪੋਲੀਗਨ ਨਹੀਂ ਹੋਊਗਾ। ਠੀਕ ਹੈ, ਤਾਂ ਪੋਲੀਗਨ ਦੇ ਇਹੀ ਪੋਲੀਗਨ ਕੋਈ ਵੀ ਸਾਈਡਡ ਹੋ ਸਕਦੀ ਹੈ। ਪੋਲੀਗਨ 3 ਟਾਈਪਸ ਤੋਂ ਸ਼ੁਰੂ ਹੁੰਦੀ ਹੈ, 3 ਸਾਈਡਸ ਤੋਂ ਸ਼ੁਰੂ ਹੁੰਦੀ ਹੈ। ਜਾਂ ਪੋਲੀਗਨ 3 ਸਾਈਡ ਦੀ ਹੋ ਸਕਦੀ ਹੈ ਜਿਹਨੂੰ ਆਪਾਂ ਟਰਾਇੰਗਲ ਬੋਲਦੇ ਹਾਂ, ਜਾਂ ਪੋਲੀਗਨ 4 ਸਾਈਡਸ ਦੀ ਹੋਊਗੀ ਜਿਹਨੂੰ ਆਪਾਂ ਮਤਲਬ ਪੋਲੀਗਨ ਬੋਲਦੇ ਹਾਂ। 5 ਟਾਈਪਸ ਦੀ, 6 ਟਾਈਪ ਦੀ, ਪੈਂਟਾਗਨ, ਹੈਗਜ਼ਾਗਨ। ਠੀਕ ਹੈ, ਇਹ ਸਾਰੀ ਚੀਜ਼ ਕੀ ਹੁੰਦੀ ਹੈ ਪੋਲੀਗਨਸ। ਮਤਲਬ 3 ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਜੇ ਘੱਟੋ ਘੱਟ 3 ਸਾਈਡਸ ਕਿਸੇ ਵੀ ਕਲੋਜ਼ਡ ਫਿਗਰ 'ਚ ਹੈਗੀਆਂ ਤਾਂ ਪੋਲੀਗਨ ਹੋਊਗਾ, ਅਤੇ ਜੇ 3 ਤੋਂ ਵੱਧ ਸਾਈਡਸ ਹੈ ਤਾਂ ਵੀ ਪੋਲੀਗਨ ਹੈਗਾ। ਬਟ ਜੇ 3 ਤੋਂ 2 ਸਾਈਡਸ ਦੀ ਕੋਈ ਚੀਜ਼ ਹੈ ਤਾਂ ਪੋਲੀਗਨ ਨਹੀਂ ਹੋਊਗਾ। ਪੋਲੀਗਨ ਹਮੇਸ਼ਾ 3 ਸਾਈਡ ਤੋਂ ਸ਼ੁਰੂ ਹੁੰਦਾ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਦੇਖਾਂਗੇ ਕਨਕੇਵ ਅਤੇ ਕਨਵੈਕਸ ਪੋਲੀਗਨ। ਕਨਕੇਵ ਅਤੇ ਕਨਵੈਕਸ ਵਿੱਚ ਕੀ ਫਰਕ ਆ, ਦੇਖੋ ਧਿਆਨ ਨਾਲ। ਕਨਕੇਵ ਪਹਿਲਾਂ ਦੇਖਦੇ ਹਾਂ ਕਨਕੇਵ ਕੀ ਹੁੰਦਾ। ਅਗਰ ਆਪਣੇ ਕੋਲ ਕੋਈ ਵੀ ਮਤਲਬ ਕਿ ਕਲੋਜ਼ਡ ਫਿਗਰ ਹੈ, ਇਹ ਕਲੋਜ਼ਡ ਫਿਗਰ ਪੋਲੀਨੋਮੀਅਲ ਹੈਗੀ ਕਿ ਨਹੀਂ? ਹਾਂ, ਇਹ ਪੋਲੀਨੋਮੀਅਲ ਹੈਗੀ ਹੈ। ਠੀਕ ਹੈ, ਕਿਉਂਕਿ ਹਰੇਕ ਵਰਟੈਕਸ ਤੋਂ ਇਹਦੇ ਕੀ ਹੈ, 2 ਸਾਈਡਸ ਓਰੀਜੀਨੇਟ ਹੋ ਰਹੀਆਂ, ਤਾਂ ਇਹ ਪੋਲੀਗਨ ਹੈਗੀ ਹੈ। ਕਨਕੇਵ ਪੋਲੀਗਨ ਹੈ ਕਿ ਕਨਵੈਕਸ ਪੋਲੀਗਨ ਹੈ, ਇਹਦਾ ਪਤਾ ਕਿਵੇਂ ਲੱਗਦਾ ਹੁੰਦਾ। ਅਗਰ ਤਾਂ ਕਿਸੇ ਵੀ ਫਿਗਰ ਦੇ ਵਿੱਚ ਜਿਹੜੇ ਐਂਗਲਸ ਹੈ, ਅਗਰ ਕੋਈ ਵੀ ਐਂਗਲ 180 ਡਿਗਰੀ ਤੋਂ ਗ੍ਰੇਟਰ ਹੋਇਆ, ਕੋਈ ਵੀ ਇੱਕ ਐਂਗਲ 180 ਡਿਗਰੀ ਤੋਂ ਗ੍ਰੇਟਰ ਹੋਇਆ ਤਾਂ ਕਨਕੇਵ ਪੋਲੀਗਨ ਹੈ। ਅਗਰ ਸਾਰੇ ਹੀ ਐਂਗਲ ਜਿਹੜੇ ਹੈਗੇ ਉਹ ਲੈਸ ਦੈਨ 180 ਡਿਗਰੀ ਹੈ ਤਾਂ ਉਹ ਆਪਣੇ ਕੋਲ ਹੁੰਦਾ ਕਨਵੈਕਸ ਪੋਲੀਗਨ। ਹੁਣ ਦੇਖੋ ਇਹਦੇ ਵਿੱਚ ਜਿਹੜਾ ਆਹ ਵਾਲਾ ਐਂਗਲ ਹੈ, ਇਹ ਵਾਲਾ ਐਂਗਲ 180 ਡਿਗਰੀ ਤੋਂ ਵੱਡਾ ਹੈ, ਕਿਉਂਕਿ ਪੂਰਾ ਕੰਪਲੀਟ ਐਂਗਲ 360 ਦਾ। ਆਹ ਤਾਂ ਛੋਟਾ ਜਿਹਾ ਐਂਗਲ ਹੈ, ਆਹ ਓਬਵੀਅਸਲੀ 180 ਡਿਗਰੀ ਤੋਂ ਵੱਡਾ ਹੋਊਗਾ ਅਤੇ ਆਹ ਛੋਟਾ ਐਂਗਲ ਹੈ। ਠੀਕ ਹੈ, ਤਾਂ ਇਹ ਵਾਲਾ ਆਪਣੇ ਕੋਲ ਕਨਕੇਵ ਪੋਲੀਗਨ ਹੈ। ਜੇ ਮੈਂ ਕਹਾਂ ਆਹ ਵਾਲੀ ਕੋਈ ਫਿਗਰ ਹੈ, ਇਹ ਫਿਗਰ 'ਚ ਦੇਖੋ ਹਰੇਕ ਐਂਗਲ ਹੈ ਜਿਹੜਾ ਉਹ 180 ਡਿਗਰੀ ਤੋਂ ਛੋਟਾ ਹੈ। 180 ਡਿਗਰੀ ਐਂਗਲ ਕਿਵੇਂ ਬਣਦਾ ਹੁੰਦਾ? ਜਿਵੇਂ ਸਟ੍ਰੇਟ ਲਾਈਨ ਵਾਲਾ ਐਂਗਲ, ਇੱਦਾਂ ਆਹ ਵਾਲਾ ਐਂਗਲ ਜਿਹੜਾ ਹੁੰਦਾ ਉਹ 180 ਡਿਗਰੀ ਐਂਗਲ ਹੁੰਦਾ। ਤਾਂ ਅਗਰ ਤਾਂ ਕੋਈ ਵੀ ਐਂਗਲ ਗ੍ਰੇਟਰ ਦੈਨ 180 ਡਿਗਰੀ ਹੈਗਾ ਪੋਲੀਗਨ 'ਚ ਤਾਂ ਉਹ ਕਨਕੇਵ ਪੋਲੀਗਨ ਹੋਊਗੀ। ਅਗਰ ਪੋਲੀਗਨ ਦੇ ਵਿੱਚ ਹਰੇਕ ਐਂਗਲ 180 ਡਿਗਰੀ ਤੋਂ ਲੈਸ ਹੈ ਉਹ ਕਨਵੈਕਸ ਪੋਲੀਗਨ ਹੋਊਗੀ। ਠੀਕ ਹੈ, ਹੁਣ ਪੋਲੀਗਨ ਅਗਰ ਮੇਰੇ ਕੋਲ ਆਹ ਕਲੋਜ਼ਡ ਫਿਗਰ ਹੈ, ਇਹ ਕਲੋਜ਼ਡ ਫਿਗਰ ਹੈ ਜਿਹੜੀ ਪੋਲੀਗਨ ਹੈਗੀ ਹੈ ਕਿ ਨਹੀਂ? ਦੇਖੋ ਧਿਆਨ ਨਾਲ। ਅਗਰ ਆਪਾਂ ਇਹ ਸਾਈਡ ਦੇਖੀਏ ਤਾਂ 2 ਸਾਈਡਸ ਓਰੀਜੀਨੇਟ ਹੋ ਰਹੀਆਂ। ਠੀਕ ਹੈ, ਇਸ ਸਾਈਡ ਤੋਂ 2 ਸਾਈਡ। ਅਗਰ ਮੈਂ ਆਹ ਪੁਆਇੰਟ ਦੇਖਾਂ ਤਾਂ 1 2 3 4 ਸਾਈਡਸ ਓਰੀਜੀਨੇਟ ਹੋ ਗਈਆਂ ਨਾ, ਮਤਲਬ ਇਹ ਪੋਲੀਗਨ ਨਹੀਂ ਹੈਗਾ। ਠੀਕ ਹੈ, ਤਾਂ ਪੋਲੀਗਨ ਕਿਵੇਂ ਹੈਗਾ ਕਿਵੇਂ ਨਹੀਂ, ਮਾਈਟ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ ਕਿੱਥੋਂ ਪੋਲੀਗਨ ਪਤਾ ਲੱਗਦਾ ਕਿੱਥੋਂ ਨਹੀਂ ਲੱਗਦਾ। ਤਾਂ ਫਸਟ ਕੁਐਸਚਨ ਆਪਣੇ ਕੋਲ ਇਹੀ ਹੈ ਕਿ ਆਪਾਂ ਦੱਸਣਾ ਵੀ ਇਹਨਾਂ ਵਿੱਚੋਂ ਕਿਹੜੇ ਪੋਲੀਗਨ ਹੈਗੇ ਆ, ਕਿਹੜੇ ਪੋਲੀਗਨ ਨਹੀਂ ਹੈਗੇ। ਜਿਵੇਂ ਫਸਟ ਕੁਐਸਚਨ ਆਪਣੇ ਕੋਲ ਆਹ ਵਾਲਾ, ਇਹ ਪੋਲੀਗਨ ਹੈਗਾ ਕਿ ਨਹੀਂ? ਓਬਵੀਅਸਲੀ ਦੇਖ ਰਿਹਾ ਪਹਿਲੀ ਗੱਲ ਤਾਂ ਕਲੋਜ਼ਡ ਫਿਗਰ ਹੈ ਨਹੀਂ ਤਾਂ ਪੋਲੀਗਨ ਹੀ ਹੈ ਨਹੀਂਗਾ। ਆਹ ਵਾਲਾ ਦੇਖੋ, ਇਹ ਪੋਲੀਗਨ ਹੈਗਾ। ਹਾਂ, ਪੋਲੀਗਨ ਹੈਗਾ ਕਿਉਂਕਿ ਹਰੇਕ ਸਾਈਡ, ਹਰੇਕ ਵਰਟੈਕਸ ਤੋਂ ਕੀ ਹੈ, 2 ਸਾਈਡਸ ਹੀ ਓਰੀਜੀਨੇਟ ਹੋ ਰਹੀਆਂ ਅਤੇ ਹਰੇਕ ਕਲੋਜ਼ਡ ਫਿਗਰ ਹੈ, ਤਾਂ ਇਹ ਪੋਲੀਗਨ ਹੈਗਾ। ਨਾਲ ਦੇ ਨਾਲ ਇਹ ਵੀ ਦੱਸ ਦਿਓ ਕਨਕੇਵ ਹੈ ਕਿ ਕਨਵੈਕਸ ਹੈ। ਦੇਖੋ ਇਹਦੇ ਵਿੱਚ ਜਿਹੜਾ ਆਹ ਵਾਲਾ ਐਂਗਲ ਹੈ ਇਹ 180 ਡਿਗਰੀ ਤੋਂ ਗ੍ਰੇਟਰ ਹੈ। ਜੇ 180 ਡਿਗਰੀ ਤੋਂ ਗ੍ਰੇਟਰ ਹੈ ਮਤਲਬ ਇਹ ਕਿਹੜਾ ਹੋਊਗਾ? ਕਨਕੇਵ ਪੋਲੀਗਨ ਹੋਊਗਾ। ਠੀਕ ਹੈ, ਆਹ ਵਾਲੀ ਦੇਖੋ ਇਹ ਵੀ ਕਲੋਜ਼ਡ ਫਿਗਰ ਹੈ। ਕਲੋਜ਼ਡ ਫਿਗਰ 'ਤੇ ਹਰੇਕ ਵਰਟੈਕਸ 'ਤੇ ਦੇਖੋ 2 ਲਾਈਨਸ ਹੀ ਓਰੀਜੀਨੇਟ ਹੋ ਰਹੀਆਂ ਨਾ, ਕੁਝ ਜ਼ਿਆਦਾ ਤਾਂ ਨਹੀਂ ਓਰੀਜੀਨੇਟ ਹੋ ਰਹੀਆਂ, ਤਾਂ ਇਹ ਵੀ ਆਪਣੇ ਕੋਲ ਕੀ ਇੱਕ ਪੋਲੀਗਨ ਹੈਗਾ। ਅਤੇ ਇਹ ਪੋਲੀਗਨ ਕੀ ਹੈ? ਕਨਕੇਵ ਪੋਲੀਗਨ ਹੈ ਕਿ ਕਨਵੈਕਸ ਪੋਲੀਗਨ? ਦੇਖੋ ਜਿਹੜਾ ਆਹ ਵਾਲਾ ਐਂਗਲ ਹੈ ਇਹ 180 ਡਿਗਰੀ ਤੋਂ ਗ੍ਰੇਟਰ ਹੈ, ਤਾਂ ਇਹ ਵਾਲਾ ਕਿਹੜਾ ਹੋਊਗਾ ਆਪਣੇ ਕੋਲ? ਕਨਕੇਵ ਪੋਲੀਗਨ। ਆਹ ਵਾਲੀ ਚੀਜ਼ ਪੋਲੀਗਨ ਹੈਗੀ ਕਿ ਨਹੀਂ? ਦੇਖੋ ਕਰਵ ਲਾਈਨ ਆ ਗਈ ਨਾ, ਸਟ੍ਰੇਟ ਲਾਈਨ ਨਾਲ ਨਹੀਂ ਬਣਿਆ ਹੋਇਆ ਮਤਲਬ ਇਹ ਪੋਲੀਗਨ ਨਹੀਂ ਹੈਗਾ। ਆਹ ਵਾਲੀ ਚੀਜ਼ ਇਹ ਪੋਲੀਗਨ ਹੈਗੀ ਹੈ ਤਾਂ ਯੈਸ ਪੋਲੀਗਨ ਹੈਗੀ, ਕਿਉਂਕਿ ਹਰੇਕ ਜਿਹੜਾ ਵਰਟੈਕਸ ਤੋਂ 2 ਲਾਈਨਸ ਹੀ ਓਰੀਜੀਨੇਟ ਹੋ ਰਹੀ ਹੈ, ਤਾਂ ਇਹ ਪੋਲੀਗਨ ਹੈਗਾ। ਹੁਣ ਕਨਕੇਵ ਪੋਲੀਗਨ ਹੈ ਕਿ ਕਨਵੈਕਸ ਪੋਲੀਗਨ ਹੈ? ਹਰੇਕ ਈਚ ਐਂਗਲ ਹੈ ਜਿਹੜਾ ਉਹ ਕੀ ਹੈ 180 ਡਿਗਰੀ ਤੋਂ ਲੈਸ ਹੈ, ਤਾਂ ਇਹ ਆਪਣੇ ਕੋਲ ਕਿਹੜਾ? ਕਨਵੈਕਸ ਪੋਲੀਗਨ ਹੈ।
ठीक है। आवली डायग्राम देखो, ये कनकेव है, कन्वैक्स है, पॉलीगन हैगा कि नहीं। देखो हरेक अगर आप साइड क्लोज्ड फिगर तो हैगी है, स्ट्रेट लाइन तो भी बनया हुआ ठीक है, बट हरेक साइड तो की है, दो साइड्स ही ओरिजिनेट हो रही हैं। आ वाले पॉइंट तो देखो 1 2 3 4, एक तो 4 साइड्स ओरिजिनेट हो गई, तो ये जोड़ा हैगा पॉलीगन नहीं हैगा। ठीक है, समझ आ गई। नैक्सट आ गया अपने को कैलकुलेट द सम ऑफ एंगल्स ऑफ अ पॉलीगन विद 10 साइड्स। अगर अपने को कोई भी पॉलीगन है जिहदे 10 साइड्स है, किवें ना किवें करके तो 10 टू साइड्स होणगियां। अगर आपां नूं साइड्स गिवन है, साइड्स आपां नूं गिवन है, आपां चैक करना है कि वो पॉलीगन दे जिहड़े एंगल्स दा सम है, वो एंगल्स दा सम किहदे बराबर होऊगा, आपां वो चैक करना है। इहदे विच तां इहदे विच आपां फार्मूला यूज़ करांगे। फार्मूला हुंदा है सम ऑफ इंटीरियर एंगल्स, सम ऑफ इंटीरियर एंगल नूं पता करन लई अपने कोल फार्मूला हुंदा है n-2 इंटू 180 डिग्री। ठीक है, इत्थे n की वैल्यू कितनी है, 10 साइड्स है, -2 इंटू 180 डिग्री अपने को कितना आजूगा 8 मल्टीप्लाई 180 डिग्री। इनू सॉल्व करोगे 1440। मतलब अगर 10 साइड्स है अपने को कोई भी पॉलीगन है, वो सम ऑफ ऑल इंटीरियर एंगल्स जोड़ा होंगे वो इन्ना होंगे। ठीक है, सिमिलरली तुसी की है आ सिंपल वाले सॉल्व कर लेने हैं। अगर बेसिक पॉलीनोमियल है सिंपल जी इदा की क्वाड्रिलेटरल वर्गी पॉलीनोमियल है जिहदे विच सिर्फ 4 एंगल्स है, 4 साइड्स है। ठीक है, तो ये पॉलीगन्स का जोड़ा एंगल ऑल एंगल ऑफ सम्स होंगे वो 360 डिग्री होंगे। आ A B C D आ सारे एंगल्स है, तो एंगल A प्लस एंगल B प्लस एंगल C प्लस एंगल डी सारे का सम कादे बराबर होगा 360। अपन 4 साइड तो ट्रैंगल का जोड़ा होंगे 180 डिग्री होंगे। अपन 3-4 तक तो पता है, हुण इन्नियां ज़्यादा साइड 25 साइड्स आ 20 साइड्स अपन नहीं इन्ना लर्न होंगे, तो वो n-2 इंटू 180 डिग्री का फार्मूला लगा लियो। फार्मूला लगा के कितना सम आऊगा आप फाइंड आउट कर लाँगे। ठीक है, नैक्सट आ गया अपने को फाइंड द नंबर ऑफ साइड्स। हुण ये रिवर्स हो गया कि आपां एंगल्स का सम ऑलरेडी गिवन है, आप एक्चुअली कि नंबर ऑफ साइड्स फाइंड आउट करनी है। n-2 इंटू 180 डिग्री फार्मूला तो आप वही यूज़ करांगे। इंज n आप फाइंड आउट करनी है इज इक्वल टू आपां आ चीज़ ऑलरेडी गिवन है 900, ये आपां गिवन है। ठीक है, बस इनू की सिंपली सॉल्व करना है। 180 डिग्री मल्टीप्लाई है उधर जाके डिवाइड हो जाऊगा। n-2 इज इक्वल टू 900 बाई 180, इनू सॉल्व कर लो। 9 1 ज़ा 9, 9 2 ज़ा 18, 5 n की वैल्यू कितनी आ जाएगी 5 + 2 n की वैल्यू आ गई 7। मतलब वो वाली पॉलीगन जिन्हें सम ऑफ इंटीरियर एंगल्स जो 900 बनूगा उनकी कितनी साइड्स होणगियां 7 साइड्स होणगियां। सिमिलरली बी पार्ट तुसीं खुद करना है, सी पार्ट मैं करवा दिंदी है। आपां की करना नंबर ऑफ साइड्स फाइंड आउट करनी है। नंबर ऑफ साइड्स मतलब n फाइंड आउट करनी है, तो आपां नूं इंटीरियर एंगल्स का जोड़ा सम है वो 16 राइट एंगल्स गिवन है। इट मीनस कि आपां n-2 इंटू 180 डिग्री का उवें यूज़ करना है। बट आपां नूं इत्थे की गिवन है, सम ऑफ एंगल्स की गिवन है 16 मल्टीप्लाई राइट एंगल्स। राइट एंगल मतलब 90 डिग्री। राइट एंगल इज़ नथिंग बट 90 डिग्री। तो इनू चंगी तरह सॉल्व कर लो। n-2 उवें रखियो, 16 इंटू 90 उवें रख लो, ओवर 180 नीचे ले आओ, 0 ना 0 कट कर दो, इनू सॉल्व कर दो। n की वैल्यू कितनी आ जाएगी 8 + 2 n इज इक्वल्स टू 10। मतलब वो पॉलीगन 10 साइडेड होगी जिहदियां 16 राइट एंगल्स होंगे। ठीक है, नैक्सट क्वेश्चन अपने को इज़ इट पॉसीबल टू हैव अ पॉलीगन हु सम ऑफ इंटीरियर एंगल इज़ दिस। भी इदां दी कोई पॉलीगन है हो सकती है जिहदे विच 870 इंटीरियर एंगल्स का जोड़ बने। ਇਹਦੇ 'ਚ ਕਿਵੇਂ ਚੈੱਕ ਕਰਨਾ ਦੇਖੋ ਧਿਆਨ ਨਾਲ। ਦੇਖੋ ਆਪਣੇ ਕੋਲ ਫਾਰਮੂਲਾ ਉਹੀ ਸੇਮ ਆਪਾਂ ਪਿਛਲੇ ਸਮ ਵਾਂਗੂ ਹੀ ਕਰਨਾ ਹੈ। n-2 ਇੰਟੂ 180 ਡਿਗਰੀ ਇਜ਼ ਇਕੁਅਲਸ ਟੂ 870 ਆਪਾਂ ਨੂੰ ਗਿਵਨ ਹੈ। ਸਮ ਆਫ ਇੰਟੀਰੀਅਰ ਐਂਗਲਸ 870 ਆਪਾਂ ਨੂੰ ਗਿਵਨ ਹੈ। ਇਹਦੇ ਵਿੱਚ ਤੁਸੀਂ ਸੋਲਵ ਕਰਨਾ ਹੈ। ਸੋਲਵ ਕਰਨ ਤੋਂ ਬਾਅਦ ਜਿਹੜੀ n ਦੀ ਵੈਲਿਊ ਹੈ, n ਦੀ ਵੈਲਿਊ 3 ਤੋਂ ਵੱਧ ਆਉਣੀ ਚਾਹੀਦੀ ਹੈ। n ਦੀ ਵੈਲਿਊ ਹਮੇਸ਼ਾ 3 ਤੋਂ ਵੱਧ ਆਉਣੀ ਚਾਹੀਦੀ ਹੈ, ਕਿਉਂਕਿ ਮੈਂ ਕਿਹਾ ਸੀ 2 ਜਾਂ 1 ਪੋਲੀਗਨ ਨਹੀਂ ਹੁੰਦਾ। ਅਗਰ ਨੰਬਰ ਆਫ ਸਾਈਡਸ 1 ਜਾਂ 2 ਨੰਬਰ ਆਫ ਸਾਈਡਸ ਹੈ ਉਹ ਪੋਲੀਗਨ ਨਹੀਂ ਹੁੰਦਾ। ਜੇ ਤਾਂ n ਦੀ ਵੈਲਿਊ 3 ਔਰ ਮੋਰ ਆ ਗਈ ਤਾਂ ਯੈਸ ਆ ਵਾਲੀ ਮਤਲਬ ਜਿਹੜਾ 870 ਸਮ ਬਣਿਆ ਸੀ ਸਾਰੇ ਐਂਗਲਸ ਦਾ, ਤਾਂ ਕੋਈ ਨਾ ਕੋਈ ਮਤਲਬ ਪੋਲੀਗਨ ਹੋਊਗੀ ਤਾਂ ਹੀ ਐਂਗਲਸ ਬਣੇ ਆ। ਅਗਰ n ਦੀ ਵੈਲਿਊ ਫਰੈਕਸ਼ਨ 'ਚ ਆ ਗਈ ਜਾਂ n ਦੀ ਵੈਲਿਊ ਨੈਗੇਟਿਵ ਆ ਗਈ ਜਾਂ n ਦੀ ਵੈਲਿਊ 3 ਤੋਂ ਲੈਸ ਆ ਗਈ, ਉਹ ਕੋਈ ਵੀ ਜਿਹੜੇ ਹੈਗੇ ਆ ਮਤਲਬ ਉਹ ਪੋਸੀਬਲ ਹੋ ਹੀ ਨਹੀਂ ਸਕਦਾ। ਇੱਦਾਂ ਦੇ ਕੋਈ ਸਮ ਬਣ ਨਹੀਂ ਸਕਦੇ। ਇਹ ਤੁਸੀਂ ਆਪਣੇ ਆਪ ਕਰਨਾ ਹੁਣ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ 5th ਕੁਐਸਚਨ। इफ़ ऑल द एंगल्स ऑफ हैक्सागन आर इक्वल। हैक्सागन के सारे एंगल्स इक्वल है। हैक्सागन कितनी साइड्स होंदियां 6 साइड्स होंदियां। ये तुसीं ध्यान नाल याद रखना है। हैक्सागन 6 साइड्स, हैप्टागन विच कितनियां होंदियां 7 साइड्स, ऑक्टागन दे विच 8 साइड्स। ठीक है, एक हुंदा डैकागन, डैकागन दे विच हुंदी है 10 साइड्स, माइट बी
ਐਨ ਤੋਂ ਕੁਛ ਸ਼ੁਰੂ ਹੁੰਦਾ ਹੈ, ਐਨ ਤੋਂ ਕੁਛ ਸ਼ੁਰੂ ਹੋਊਗਾ 9 ਸਾਈਡਸ ਵਾਲਾ ਹੋਊਗਾ, ਇੱਦਾਂ ਕਰਕੇ ਸਾਈਡਸ ਦੇ ਨੇਮ ਹੁੰਦੇ ਆ, ਠੀਕ ਹੈ। ਪੈਂਟਾਗਨ ਜਿਹੜਾ ਹੁੰਦਾ ਹੈ, ਪੈਂਟਾਗਨ ਉਹ ਹੁੰਦਾ 5 ਸਾਈਡਸ ਵਾਲਾ, ਅਤੇ 4 ਸਾਈਡਸ ਵਾਲੇ ਨੂੰ ਆਪਾਂ ਕੋਆਰਡੀਲੇਟਰਲ ਹੀ ਬੋਲਦੇ ਹਾਂ, 4 ਸਾਈਡਸ ਵਾਲਾ ਕੋਆਰਡੀਲੇਟਰਲ ਹੁੰਦਾ ਹੈ, ਠੀਕ ਹੈ। ਤਾਂ ਕਹਿੰਦੇ ਇਫ ਆਲ ਐਂਗਲਸ ਆਫ ਹੈਕਸਾਗਨ ਆਰ ਇਕੁਅਲ, ਜਿਹੜੇ 6 ਸਾਈਡਸ ਵਾਲੇ ਇੱਕ ਹੈਕਸਾਗਨ ਹੈ 1 2 3 4 5 6 ਇੱਦਾਂ ਦੇ ਹੈਕਸਾਗਨ ਦੇ ਸਾਰੇ ਐਂਗਲ ਇਕੁਅਲ ਹੈ। ਜੇ ਐਕਸ ਹੈ ਤਾਂ ਬਾਕੀ ਸਾਰੇ ਵੀ ਕੀ ਹੈ, ਐਕਸ ਹੈ, ਠੀਕ ਹੈ। ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਈਚ ਐਂਗਲ ਆਪਾਂ ਮੈਜਰ ਕਰਨਾ ਹੈ। ਤਾਂ ਈਚ ਐਂਗਲ ਕਿਵੇਂ ਮੈਜਰ ਕਰਾਂਗੇ, ਆਪਾਂ ਸਭ ਤੋਂ ਪਹਿਲਾਂ ਚੈੱਕ ਕਰਾਂਗੇ ਕਿ ਅਗਰ 6 ਨੰਬਰ ਆਫ ਸਾਈਡਸ ਹੋਣ ਤਾਂ ਸਮ ਆਫ ਆਲ ਐਂਗਲਸ ਜਿਹੜਾ ਹੁੰਦਾ ਕਾਹਦੇ ਬਰਾਬਰ ਹੁੰਦਾ। ਪਹਿਲਾਂ ਚੈੱਕ ਕਰ ਲਓ ਫਾਰਮੂਲਾ ਯੂਜ਼ ਕਰਕੇ, n - 2 × 180 ਡਿਗਰੀ, n ਦੀ ਵੈਲਿਊ ਕਿੰਨੀ ਹੈ 6 - 2 × 180 ਡਿਗਰੀ, ਇਹ ਆ ਜਾਊਗਾ 4 × 180 ਡਿਗਰੀ। ਤਾਂ ਇਹ ਆਪਣੇ ਕੋਲ ਆਨਸਰ ਆ ਜਾਊਗਾ ਮਲਟੀਪਲਾਈ ਕਰਨ ਤੋਂ ਬਾਅਦ, ਦੈਟ ਇਜ਼ ਲੈਟ ਮੀ ਚੈੱਕ 180 × 4, ਇਹ ਆ ਜਾਊਗਾ ਆਪਣੇ ਕੋਲ 720, ਠੀਕ ਹੈ। 720 ਆਪਣੇ ਕੋਲ ਆਨਸਰ ਆ ਗਿਆ। ਹੁਣ ਕੀ ਕਰਨਾ, ਸਮ ਆਫ ਆਲ ਸਾਈਡਸ ਰੱਖ ਲਓ, ਸਮ ਆਫ ਆਲ ਐਂਗਲਸ ਰੱਖ ਦਿਓ। ਤਾਂ ਕਿੰਨੇ ਆਪਣੇ ਕੋਲ 6 ਐਂਗਲਸ ਹੈ, ਉਹਨਾਂ ਦਾ ਸਮ ਸਾਰਿਆਂ ਦਾ ਕੀ ਹੈ 720 ਦੇ ਬਰਾਬਰ ਹੋਊਗਾ। ਮਤਲਬ ਆਪਾਂ ਹਰੇਕ ਕੁਐਸਚਨ 'ਚ ਪਹਿਲਾਂ ਆਪਾਂ ਚੈੱਕ ਕਰਨਾ ਹੋਊਗਾ ਕਿ ਸਮ ਆਫ ਆਲ ਐਂਗਲਸ ਕਾਹਦੇ ਬਰਾਬਰ ਆਉਂਦਾ, ਕਿਹੜੀ ਵੈਲਿਊ ਬਰਾਬਰ ਆਉਂਦਾ, ਫਿਰ ਉਹ ਵੈਲਿਊ ਦੇ ਬਰਾਬਰ ਰੱਖ ਦੇਣਾ ਆਪਾਂ। 6x = 720, ਤਾਂ x ਦੀ ਵੈਲਿਊ ਕਿੰਨੀ ਆ ਜਾਊਗੀ 720 ਜੋ 6 ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲ ਆਨਸਰ ਆ ਜਾਊਗਾ 120 ਡਿਗਰੀ। ਮਤਲਬ ਹਰੇਕ ਐਂਗਲ ਜਿਹੜਾ ਹੈਕਸਾਗਨ ਦਾ ਉਹ 120 ਡਿਗਰੀ ਹੁੰਦਾ, ਠੀਕ ਹੈ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ, ਇਫ ਆਲ ਦਾ ਐਂਗਲਸ ਆਫ ਅ 14 ਸਾਈਡਡ ਫਿਗਰ ਇਜ਼ ਇਕੁਅਲ। ਹੁਣ ਇੱਥੇ 14 ਸਾਈਡਡ ਗਿਵਨ ਹੈ, ਤਾਂ n - 2 × 180 ਡਿਗਰੀ ਵਿੱਚ n ਦੀ ਜਗ੍ਹਾ 'ਤੇ 14 ਪੁੱਟ ਕਰ ਲਿਓ। ਇਹਦਾ 14x ਰੱਖ ਕੇ ਬਰਾਬਰ ਉਹ ਵੈਲਿਊ ਰੱਖ ਦਿਓ, ਬਾਅਦ 'ਚੋਂ 7x, ਜਿਹੜਾ 7x ਉਹ 7 ਨੂੰ ਇੱਧਰ ਡਿਵਾਈਡ ਕਰ ਦਿਓ ਆ ਕੇ, ਠੀਕ ਹੈ। ਸੇਮ ਉੱਪਰਲੇ ਨਾਲ ਦਾ ਹੀ ਹੈ। ਨੈਕਸਟ ਕੁਐਸਚਨ ਆ ਗਿਆ, ਫਾਈਂਡ ਦ ਸਮ ਆਫ ਐਕਸਟੀਰੀਅਰ ਐਂਗਲ ਓਬਟੇਨ। ਹਾਂ, ਇੱਕ ਆਹ ਗੱਲ ਰਹਿ ਗਈ ਸੀਗੀ, ਅਗਰ ਤਾਂ ਆਪਣੇ ਕੋਲ ਨੰਬਰ ਆਫ ਸਾਈਡਸ ਗਿਵਨ ਹੋਣ ਤਾਂ ਆਪਾਂ n - 2 × 180 ਡਿਗਰੀ ਫਾਰਮੂਲਾ ਯੂਜ਼ ਕਰਕੇ ਸਮ ਆਫ ਇੰਟੀਰੀਅਰ ਐਂਗਲਸ ਨੂੰ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਹੈ। ਕਈ ਵਾਰ ਟੀਚਰ ਇਹ ਵੀ ਕਰਵਾ ਸਕਦੇ ਆ, ਟੀਚਰ ਪਤਾ ਕਿਵੇਂ ਕਰਵਾਉਣਗੇ, n - 2 180 ਜਗ੍ਹਾ ਲਿਖਦੇ ਹੁੰਦੇ ਆ 2 × 90, 2 × 90 ਇਜ਼ ਨਥਿੰਗ ਬਟ 180 ਓਨਲੀ, ਓਕੇ। ਫਿਰ ਕੀ ਕਰਿਓ, ਆਹ 2 ਨੂੰ ਇੱਧਰ ਅੰਦਰ ਮਲਟੀਪਲਾਈ ਕਰਾ ਦਿੰਦੇ ਆ, ਆਹ 2 ਨੂੰ ਇੱਥੇ ਮਲਟੀਪਲਾਈ ਕਰ ਦਿੰਦੇ ਆ, ਅਤੇ ਆਹ ਨਵਾਂ ਫਾਰਮੂਲਾ ਬਣਾ ਦਿੰਦੇ ਆ। ਜਾਂ ਤਾਂ ਉਹ ਆਹ ਫਾਰਮੂਲਾ ਯੂਜ਼ ਕਰਵਾਉਣਗੇ, ਵੈਸੇ ਮੈਂ ਮੇਨਲੀ ਆਹੀ ਫਾਰਮੂਲਾ ਯੂਜ਼ ਕਰਦੀ ਹਾਂ, ਸਿੰਪਲ ਲੱਗਦਾ, ਆਪਾਂ ਆਹ ਫਾਰਮੂਲਾ ਵੀ ਯੂਜ਼ ਕਰ ਸਕਦੇ ਹਾਂ, ਠੀਕ ਹੈ। ਮੈਂ ਕੀ ਗੱਲ ਕਰ ਰਹੀ ਸੀ, ਅਗਰ ਆਪਾਂ ਨੂੰ ਨੰਬਰ ਆਫ ਸਾਈਡਸ ਗਿਵਨ ਹੋਣ, ਅਗਰ ਆਪਾਂ ਨੂੰ ਸਾਈਡਸ ਗਿਵਨ ਹੋਣ ਤਾਂ ਆਪਾਂ ਸਮ ਆਫ ਇੰਟੀਰੀਅਰ ਐਂਗਲਸ ਨੂੰ ਫਾਈਂਡ ਕਰ ਸਕਦੇ ਹਾਂ, ਠੀਕ ਹੈ। ਅਗਰ ਆਪਾਂ ਨੂੰ ਨੰਬਰ ਆਫ ਸਾਈਡਸ ਵੀ ਨਹੀਂ ਮੰਨ ਲਓ ਗਿਵਨ, ਕੁਛ ਨਹੀਂ ਗਿਵਨ, ਆਪਾਂ ਨੂੰ ਐਕਸਟੀਰੀਅਰ ਐਂਗਲਸ ਦੀ ਗੱਲ ਕੀਤੀ ਹੈ। ਜਿਵੇਂ ਮੰਨ ਲਓ ਪੋਲੀਗਨ ਹੈ, ਪੋਲੀਗਨ ਵਿੱਚ ਆਹ ਜਿਹੜੇ ਹੁੰਦੇ ਸਾਰੇ ਇੰਟੀਰੀਅਰ ਐਂਗਲਸ ਹੈ, ਅਤੇ ਆਹ ਬਾਹਰ ਵਾਲੇ ਐਂਗਲਸ ਜਿਹੜੇ ਹੁੰਦੇ ਉਹ ਐਕਸਟੀਰੀਅਰ ਐਂਗਲ ਹੈ। ਆਪਾਂ ਨੂੰ ਨੰਬਰ ਆਫ ਸਾਈਡਸ ਪਤਾ ਕਰਨ ਦੀ ਕੋਈ ਲੋੜ ਨਹੀਂ, ਕੋਈ ਵੀ ਨੰਬਰ ਆਫ ਸਾਈਡਸ ਹੋਣ, ਐਕਸਟੀਰੀਅਰ ਐਂਗਲਸ ਦਾ ਜੋੜ ਹਮੇਸ਼ਾ 360 ਡਿਗਰੀ ਹੀ ਹੁੰਦਾ, ਠੀਕ ਹੈ। ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਕੋਈ ਵੀ ਨੰਬਰ ਆਫ ਸਾਈਡਸ ਹੋਣ 3 4 5 6 7 ਨੋ ਮੈਟਰ, ਬਟ ਜਿਹੜਾ ਐਕਸਟੀਰੀਅਰ ਐਂਗਲ ਦਾ ਜੋੜ ਹੁੰਦਾ ਉਹ ਹਮੇਸ਼ਾ 360 ਬਰਾਬਰ ਹੀ ਲੈਣਾ, ਉਹਨੂੰ ਆਪਾਂ ਚੇਂਜ ਨਹੀਂ ਕਰਨਾ, ਠੀਕ ਹੈ। ਇਹਦੇ ਵਿੱਚ ਕੀ ਕਿਹਾ ਆਪਾਂ ਨੂੰ, ਆਪਾਂ ਫਾਈਂਡ ਸਮ ਆਫ ਐਕਸਟੀਰੀਅਰ ਐਂਗਲਸ, ਆਪਾਂ ਐਕਸਟੀਰੀਅਰ ਐਂਗਲ ਦਾ ਸਮ ਫਾਈਂਡ ਆਊਟ ਕਰਨਾ, ਇੰਨੀਆਂ ਸਾਈਡਸ ਹੈ ਇੰਨੀਆਂ ਸਾਈਡਸ ਹੈ, ਤਾਂ ਐਕਸਟੀਰੀਅਰ ਐਂਗਲ ਦਾ ਸਮ ਜਿਹੜਾ ਹੁੰਦਾ ਹਮੇਸ਼ਾ 360 ਡਿਗਰੀ ਹੀ ਆਊਗਾ। ਬਸ ਥੋੜ੍ਹਾ ਜਿਹਾ ਆਪਾਂ ਨੂੰ ਸ਼ੋਅ ਕਰਨਾ ਪੈਣਾ, ਕਿਵੇਂ ਸ਼ੋਅ ਕਰਾਂਗੇ ਦੇਖੋ। ਪਹਿਲਾਂ ਕੀ ਕਰਾਂਗੇ, ਆਪਾਂ ਇੰਟੀਰੀਅਰ ਐਂਗਲਸ ਫਾਈਂਡ ਆਊਟ ਕਰ ਲਾਂਗੇ, ਸਮ ਆਫ ਇੰਟੀਰੀਅਰ ਐਂਗਲਸ ਫਾਈਂਡ ਆਊਟ ਕਰਾਂਗੇ। ਤਾਂ 7 ਸਾਈਡ ਵਿੱਚੋਂ ਦੇਖੋ ਕਿੰਨਾ ਆਊਗਾ, n - 2 × 180 ਡਿਗਰੀ, ਇਹ ਮੈਂ ਇੰਟੀਰੀਅਰ ਐਂਗਲਸ ਦਾ ਜੋੜ ਫਾਈਂਡ ਆਊਟ ਕਰ ਰਹੀ ਹਾਂ। 7 - 2 × 180 ਡਿਗਰੀ, 5 × 180 ਡਿਗਰੀ, ਤਾਂ ਮੇਰੇ ਕੋਲ ਇੱਥੇ ਆਨਸਰ ਆ ਜਾਊਗਾ 5 × 180 ਡਿਗਰੀ, ਆਨਸਰ ਆ ਜਾਊਗਾ ਮੇਰੇ ਕੋਲ 900, ਠੀਕ ਹੈ। 900 ਆਨਸਰ ਆ ਗਿਆ। ਹੁਣ ਮੈਂ ਕੀ ਕਰਨਾ, ਜਿਹੜੇ ਸਾਰੇ ਐਕਸਟੀਰੀਅਰ ਐਂਗਲਸ ਹੁੰਦੇ ਆ ਨਾ, ਦੇਖੋ ਜੀ ਆਪਣੀ ਕੋਈ ਵੀ ਫਿਗਰ ਵਿੱਚ ਅੰਦਰ 7 ਸਾਈਡਸ ਹੈ, ਇਹਦਾ 7 ਸਾਈਡਸ ਹੈ, 7 ਸਾਈਡਸ ਦਾ ਮਤਲਬ ਕੀ ਹੈ ਕਿ ਇੰਟੀਰੀਅਰ ਐਂਗਲਸ ਵੀ ਕਿੰਨੇ ਹੋਣਗੇ 7 ਹੋਣਗੇ, ਪਲੱਸ ਐਕਸਟੀਰੀਅਰ ਐਂਗਲਸ ਵੀ ਕਿੰਨੇ ਹੋਣਗੇ 7 ਹੀ ਹੋਣਗੇ, ਠੀਕ ਹੈ। ਜਿੰਨੇ ਨੰਬਰ ਆਫ ਸਾਈਡਸ, ਮੰਨ ਲਓ ਟਰਾਇੰਗਲ ਹੈ, ਟਰਾਇੰਗਲ ਵਿੱਚ 3 ਸਾਈਡਸ ਹੈ, 3 ਹੀ ਐਂਗਲ ਹੈ, ਅਤੇ ਬਾਹਰਲੇ ਵੀ ਆਪਾਂ 3 ਹੀ ਐਂਗਲ ਇੱਦਾਂ ਬਣਾ ਸਕਦੇ ਹਾਂ, ਐਕਸਟੀਰੀਅਰ ਐਂਗਲ ਵੀ ਉਹਦੇ 3 ਹੀ ਹੋਣਗੇ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਕਰਨਾ, ਜਿੰਨੀਆਂ ਵੀ ਆਪਾਂ ਨੰਬਰ ਆਫ ਸਾਈਡਸ ਗਿਵਨ ਹੁੰਦੀਆਂ ਨਾ, ਉਹਨੂੰ ਨੰਬਰ ਆਫ ਸਾਈਡਸ ਨੂੰ 180 ਡਿਗਰੀ ਨਾਲ ਮਲਟੀਪਲਾਈ ਕਰ ਦਿਓ, ਨੰਬਰ ਆਫ ਸਾਈਡਸ ਨੂੰ 180 ਡਿਗਰੀ ਨਾਲ ਮਲਟੀਪਲਾਈ ਕਰ ਦਿਓ, ਆਨਸਰ ਆ ਜਾਊਗਾ 1260। ਇੱਕ ਇੱਦਾਂ ਫਾਈਂਡ ਆਊਟ ਕਰਨਾ ਫਾਰਮੂਲਾ ਲਗਾ ਕੇ, ਇੱਕ ਸਿੰਪਲੀ ਨੰਬਰ ਆਫ ਸਾਈਡਸ ਇੰਟੂ 180 ਡਿਗਰੀ, ਦੋਨਾਂ ਨੂੰ ਮਾਈਨਸ ਕਰ ਦੇਣਾ, ਦੋਨਾਂ ਨੂੰ ਮਾਈਨਸ ਕਰਨ 'ਤੇ ਆਨਸਰ ਆ ਜਾਊਗਾ ਆਪਣੇ ਕੋਲ 360 ਡਿਗਰੀ। ਵੈਸੇ ਤਾਂ ਪਤਾ ਹੀ ਸੀ ਆਨਸਰ 360 ਡਿਗਰੀ ਹੀ ਆਉਣਾ, ਕਿਉਂਕਿ ਸਮ ਆਫ ਐਕਸਟੀਰੀਅਰ ਐਂਗਲ 360 ਡਿਗਰੀ ਹੀ ਹੁੰਦਾ ਹੈ, ਬਟ ਹਾਂ ਥੋੜ੍ਹਾ ਸ਼ੋਅ ਕਰਨ ਲਈ ਕਿ ਹਾਂ ਕੁਛ ਸੋਲਵ ਕੀਤਾ ਸੀ, ਤਾਂ ਸੋਲਵ ਇੱਦਾਂ ਕਰਨਾ ਹੁੰਦਾ ਹੈ।
ਪਹਿਲਾਂ ਜਿੰਨੀਆਂ ਵੀ ਨੰਬਰ ਆਫ ਸਾਈਡਸ ਗਿਵਨ ਹੈ ਉਹਨੂੰ 180 ਨਾਲ ਮਲਟੀਪਲਾਈ ਕਰੋ, ਉਹ ਆਂਸਰ ਕੱਢੋ। ਫਿਰ n-2 ਇੰਟੀਰੀਅਰ ਐਂਗਲਸ ਨੂੰ ਫਾਈਂਡ ਆਊਟ ਕਰੋ, ਫਿਰ ਦੋਨਾਂ ਨੂੰ ਮਾਈਨਸ ਕਰਕੇ 360 ਆਂਸਰ ਕੱਢ ਦਿਓ। ਆਪਾਂ ਨੂੰ ਵੀ ਸ਼ਿਓਰਟੀ ਹੋ ਜਾਂਦੀ ਹੈ ਕਿ ਹਾਂ ਆਪਾਂ ਜਿੰਨਾ ਵੀ ਸੋਲਵ ਕੀਤਾ ਹੈ ਆਂਸਰ 360 ਆਉਣ 'ਤੇ ਸਹੀ ਕੀਤਾ ਆਪਾਂ, ਠੀਕ ਹੈ। ਸੇਮ ਇੱਦਾਂ ਹੀ ਕਰਨਾ ਹੈ 2-3 ਪਾਰਟਸ। ਨੈਕਸਟ ਆ ਗਿਆ ਆਪਣੇ ਕੋਲ, ਦ ਸਾਈਡਸ ਆਫ ਹੈਕਸਾਗਨ ਆਰ ਪ੍ਰੋਡਿਊਸਡ ਇਨ ਆਰਡਰ ਇਫ ਦ ਮੈਜਰ ਆਫ ਐਕਸਟੀਰੀਅਰ ਐਂਗਲ ਇਜ਼ ਦਿਸ। ਹੁਣ ਆਪਾਂ ਨੂੰ ਐਕਸਟੀਰੀਅਰ ਐਂਗਲ ਆ ਸਾਰੇ ਗਿਵਨ ਹੈ, ਆਪਾਂ ਐਕਸਟੀਰੀਅਰ ਐਂਗਲ ਸਾਰੇ ਪ੍ਰੋਪਰਲੀ ਫਾਈਂਡ ਆਊਟ ਕਰਨੇ ਆ। ਮੈਂ ਕਿਹਾ ਸੀ ਕਿ ਤੁਸੀਂ ਸਮ ਆਫ ਐਕਸਟੀਰੀਅਰ ਐਂਗਲਸ, ਸਾਰੇ ਐਕਸਟੀਰੀਅਰ ਐਂਗਲਸ ਦਾ ਜਿਹੜਾ ਸਮ ਹੈ ਉਹ ਬਿਨਾਂ ਕੁਛ ਵੀ ਦੇਖੇ ਬਰਾਬਰ 360 ਰੱਖ ਦੇਣਾ ਬਸ, ਠੀਕ ਹੈ। ਕੋਈ ਫਾਰਮੂਲਾ ਨਹੀਂ ਯੂਜ਼ ਕਰਨਾ, ਕੋਈ ਕੁਛ ਨਹੀਂ ਯੂਜ਼ ਕਰਨਾ, ਸਾਰੇ ਐਂਗਲਸ ਇੱਦਾਂ ਰੱਖਿਓ, ਠੀਕ ਹੈ। ਬਰਾਬਰ ਕੀ ਹੈ 360 ਡਿਗਰੀ ਰੱਖ ਦਿਓ ਬਸ। ਇਹਨੂੰ ਚੰਗੀ ਤਰ੍ਹਾਂ ਸੋਲਵ ਕਰਕੇ, ਚੰਗੀ ਤਰ੍ਹਾਂ ਸੋਲਵ ਕਰਨ ਤੋਂ ਬਾਅਦ ਤੁਹਾਡੀ ਕੁਛ ਕੁ ਐਕਸ ਦੀ ਵੈਲਿਊ ਆ ਜਾਊਗੀ। ਹਿੰਟ ਦੇ ਦਿੰਦੀ ਹੈ, ਐਕਸ ਦੀ ਵੈਲਿਊ ਤੁਹਾਡੇ ਕੋਲ 7 ਆਊਗੀ, ਠੀਕ ਹੈ। ਉਹ 7 ਦੀ ਐਕਸ ਦੀ ਵੈਲਿਊ ਸੋਲਵ ਕਰਕੇ ਹਰੇਕ 'ਚ ਪੁੱਟ ਕਰ ਦਿਓ। ਜਿਵੇਂ ਫਸਟ ਐਂਗਲ ਆਹ ਸੀ ਨਾ 6x - 1, ਇਹਦੇ 'ਚ ਪੁੱਟ ਕਰ ਦਿਓ 6 × 7 - 1, 6 7s are 6 42 - 1 ਦੈਟ ਇਜ਼ 41। ਫਸਟ ਐਂਗਲ ਕਿੰਨਾ ਆ ਗਿਆ ਆਪਣੇ ਕੋਲ 41। ਇਹਦਾ ਮਤਲਬ ਸਾਰੇ ਐਂਗਲਸ ਨੂੰ ਤੁਸੀਂ ਕੀ ਹੈ ਫਾਈਂਡ ਆਊਟ ਕਰ ਲੈਣਾ। ਨੈਕਸਟ ਕੁਐਸਚਨ ਆ ਗਿਆ, ਦ ਇੰਟੀਰੀਅਰ ਐਂਗਲ ਆਫ ਅ ਪੈਂਟਾਗਨ ਆਰ ਇਨ ਰੇਸ਼ੋ। ਆਹ ਪੈਂਟਾਗਨ ਆ ਗਿਆ ਨਾ, ਪੈਂਟਾਗਨ ਮੀਨਸ 5 ਸਾਈਡਸ ਵਾਲਾ, ਇਹ ਤੁਸੀਂ ਯਾਦ ਰੱਖਣਾ। ਹੁਣ ਪੈਂਟਾਗਨ 5 ਸਾਈਡ, ਹੈਕਸਾਗਨ 6 ਸਾਈਡ, ਔਕਟਾਗਨ 8 ਸਾਈਡਸ, ਹੈਪਟਾਗਨ 7 ਸਾਈਡਸ, ਐਨ ਵਾਲਾ ਕੁਛ ਹੁੰਦਾ 9 ਸਾਈਡਸ, ਡੈਕਾਗਨ ਮਤਲਬ 10 ਸਾਈਡਸ, ਠੀਕ ਹੈ। ਪੈਂਟਾਗਨ ਆ ਗਿਆ 5 ਸਾਈਡਸ ਵਾਲਾ, ਅਤੇ ਆਪਾਂ ਨੂੰ ਪੈਂਟਾਗਨ ਦੀਆਂ ਸਾਰੀਆਂ ਸਾਈਡਸ ਗਿਵਨ ਹੈ ਰੇਸ਼ੋ ਵਿੱਚ 1 2 3 4 5, 5 ਵੀ ਐਂਗਲਸ ਗਿਵਨ ਹੈ। ਅਗਰ ਰੇਸ਼ੋ 'ਚ ਗਿਵਨ ਹੁਣ ਸਾਰਿਆਂ ਨੂੰ ਐਕਸ ਲੈ ਕੇ ਰੱਖ ਲਿਆ ਕਰੋ, ਠੀਕ ਹੈ। ਬਟ ਹੁਣ ਬਰਾਬਰ ਕਾਹਦੇ ਰੱਖਣਾ ਹੈ, ਇਜ਼ ਇਕੁਅਲ ਟੂ ਕੀ, ਇਜ਼ ਇਕੁਅਲ ਟੂ 360 ਨਾ ਰੱਖ ਦਿਓ ਕਿਉਂਕਿ ਇੰਟੀਰੀਅਰ ਐਂਗਲਸ ਹੈ। ਜੇ ਐਕਸਟੀਰੀਅਰ ਐਂਗਲ ਲਿਖਿਆ ਹੁੰਦਾ ਫਿਰ ਮੈਂ 360 ਬਰਾਬਰ ਰੱਖ ਦੇਣਾ ਸੀਗਾ। ਪਹਿਲਾਂ ਇੰਟੀਰੀਅਰ ਐਂਗਲਸ ਫਾਈਂਡ ਆਊਟ ਕਰੋ ਕਿ ਸਮ ਕਿੰਨਾ ਆਊਗਾ। ਇੱਥੇ n - 2 × 180 ਡਿਗਰੀ ਦਾ ਫਾਰਮੂਲਾ ਯੂਜ਼ ਕਰਿਓ। ਇੱਥੇ ਸਮ ਆਫ ਇੰਟੀਰੀਅਰ ਐਂਗਲਸ ਫਾਈਂਡ ਆਊਟ ਕਰਿਓ, ਬਰਾਬਰ ਉਹਦੇ ਰੱਖਿਓ, ਫਿਰ ਐਕਸ ਦੀ ਵੈਲਿਊ ਨੂੰ ਫਾਈਂਡ ਆਊਟ ਕਰਕੇ ਹਰੇਕ ਐਕਸ ਦੀ ਵੈਲਿਊ 'ਚ ਬਾਅਦ 'ਚੋਂ ਪੁੱਟ ਕਰ ਦਿਓ, ਠੀਕ ਹੈ। ਨੈਕਸਟ ਹੈ, 2 ਐਂਗਲਸ ਆਫ ਹੈਕਸਾਗਨ ਆਰ ਦਿਸ ਐਂਡ ਦਿਸ ਇਫ ਦ ਰਿਮੇਨਿੰਗ 4 ਐਂਗਲਸ ਆਰ ਇਕੁਅਲ। ਜਿਹੜੇ 2 ਐਂਗਲਸ ਹੈ ਹੈਕਸਾਗਨ ਦੇ, 2 ਐਂਗਲਸ ਜਿਹੜੇ ਹੈਕਸਾਗਨ ਦੇ ਓਪਨ ਗਿਵਨ ਹੈ 120 ਅਤੇ 160, 6 ਐਂਗਲਸ ਵਿੱਚੋਂ ਹੈਕਸਾਗਨ ਦੀਆਂ ਜੇ 6 ਸਾਈਡਸ ਹੈ ਨਾ ਤਾਂ ਓਬਵੀਅਸ ਉਹਦੇ ਵਿੱਚ 6 ਹੀ ਐਂਗਲਸ ਹੋਣਗੇ। ਜਿੰਨੀਆਂ ਵੀ ਸਾਈਡਸ ਹੁੰਦੀਆਂ ਪੋਲੀਗਨ 'ਚ ਉਨੇ ਹੀ ਐਂਗਲਸ ਹੁੰਦੇ ਆ। ਅਗਰ ਆਪਾਂ ਨੂੰ ਹੈਕਸਾਗਨ ਦੇ 2 ਐਂਗਲਸ ਗਿਵਨ ਹੈ ਤਾਂ ਬਾਕੀ ਕਹਿੰਦੇ ਚਾਰੋਂ ਜਿਹੜੇ ਐਂਗਲ ਹੈ ਉਹ ਇਕੁਅਲ ਹੈ, ਠੀਕ ਹੈ। ਹੁਣ ਸਮ ਆਫ ਸਾਈਡਸ ਤੁਸੀਂ ਕੀ ਕਰੋਗੇ, n - 2 × 180 ਡਿਗਰੀ, n ਕਿੰਨਾ 6 - 2 × 180 ਡਿਗਰੀ, ਇੱਥੇ ਆਪਣੇ ਕੋਲ ਕਿੰਨਾ ਆਂਸਰ ਆ ਜਾਊਗਾ 720, ਠੀਕ ਹੈ। ਬਰਾਬਰ ਕੀ ਹੈ 720 ਰੱਖ ਦਿਓ, ਐਕਸ ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਿਓ। ਨੈਕਸਟ ਆ ਗਿਆ ਆਪਾਂ ਨੂੰ, ਦ ਫਿਗਰ ਗਿਵਨ ਬਿਲੋ ਮਾਈਟ ਬੀ, ਫਿਗਰ ਗਿਵਨ ਬਿਲੋ ਮੈਂ ਫੋਟੋ ਨਹੀਂ ਲਾਈ, ਚਲੋ ਕੋਈ ਗੱਲ ਨਹੀਂ। ਦ ਫਿਗਰ ਗਿਵਨ ਬਿਲੋ, ਆਹ ਵਾਲੀ ਫਿਗਰਸ ਮੈਂ ਬਣਾ ਦਿੰਦੀ ਹਾਂ ਇੱਥੇ, ਇੱਦਾਂ ਸੀਗੀ ਆਹ ਵਾਲੀ ਫਿਗਰ ਹੈ। ਇੱਥੇ ਹੈਗਾ ਆਪਣੇ ਕੋਲ A B C D E, ਅਤੇ ਆਹ ਜਿਹੜੇ 2 ਐਰੋਜ਼ ਦਾ ਮਤਲਬ ਹੈ ਨਾ, 2 ਐਰੋਜ਼ ਦਾ ਮਤਲਬ ਹੈ ਕਿ ਦੋਨੇ ਲਾਈਨਸ ਪੈਰਲਲ ਹੈ। ED ਅਤੇ AB ਲਾਈਨ ਦੋਨੋਂ ਪੈਰਲਲ ਹੈ, ਠੀਕ ਹੈ। ਲਿਖਿਆ ਵੀ ਹੋਇਆ ਕਿ AB ਅਤੇ ED ਲਾਈਨ ਪੈਰਲਲ ਟੂ ਈਚ ਅਦਰ ਹੈ। ਆਪਾਂ ਨੂੰ B/C/D, B ਵਾਲਾ ਐਂਗਲ, C ਵਾਲਾ ਐਂਗਲ ਅਤੇ D ਵਾਲਾ ਐਂਗਲ ਆਪਾਂ ਨੂੰ ਗਿਵਨ ਹੈ 5x 6x ਅਤੇ 7x। ਆਪਾਂ ਸਾਰੇ ਐਂਗਲਸ ਫਾਈਂਡ ਆਊਟ ਕਰਨੇ ਆ, ਠੀਕ ਹੈ। ਫਾਈਂਡ ਆਊਟ ਕਿਵੇਂ ਕਰਾਂਗੇ ਦੇਖੋ ਧਿਆਨ ਨਾਲ, ਇਹ ਥੋੜ੍ਹਾ ਟ੍ਰਿਕੀ ਕੁਐਸਚਨ ਹੈ। ਅਗਰ 2 ਸਾਈਡਸ ਆਪਾਂ ਨੂੰ ਤਾਂ ਪੈਰਲਲ ਗਿਵਨ ਹੋਣ ਨਾ, 2 ਸਾਈਡ ਪੈਰਲਲ ਗਿਵਨ ਹੋਣ ਅਤੇ ਜਿਹੜੀ ਆਹ ਵਾਲੀ ਸਾਈਡ ਹੁੰਦੀ ਹੈ ਟਰਾਂਸਵਰਸ ਸਾਈਡ ਹੁੰਦੀ ਹੈ। 2 ਪੈਰਲਲ ਸਾਈਡ ਦੇ ਵਿੱਚ ਜਿਹੜੀ ਆਹ ਵਾਲੀ ਸਾਈਡ ਆ ਜਾਂਦੀ ਹੈ ਕਾਮਨ ਸਾਈਡ, ਇਹ ਟਰਾਂਸਵਰਸ ਸਾਈਡ ਹੁੰਦੀ ਹੈ। ਟਰਾਂਸਵਰਸਲ ਲਾਈਨ ਹੋਣ ਨਾਲ ਕੀ ਹੁੰਦਾ ਕਿ ਜਿਹੜੇ ਆਹ ਦੋਨੋਂ ਐਂਗਲਸ ਹੁੰਦੇ ਆ ਨਾ, ਆਹ ਦੋਨੋਂ ਐਂਗਲਸ ਦਾ ਜੋੜ 180 ਡਿਗਰੀ ਹੁੰਦਾ। ਕੋਈ ਵੀ ਅਗਰ 2 ਲਾਈਨਸ ਪੈਰਲਲ ਹੈ ਉਹਦੇ ਵਿੱਚ ਇੱਕ ਟਰਾਂਸਵਰਸਲ ਲਾਈਨ ਆ ਰਹੀ ਹੈ ਤਾਂ ਦੋਨੋਂ ਐਂਗਲਸ ਦਾ ਜੋੜ 180 ਡਿਗਰੀ ਹੋ ਜਾਂਦਾ। ਤਾਂ ਆਪਾਂ ਕੀ ਕਰਨਾ, ਸਾਰੇ ਐਂਗਲਸ ਦਾ ਜੋੜ ਫਾਈਂਡ ਆਊਟ ਕਰਨਾ ਆਪਾਂ ਤਾਂ, ਠੀਕ ਹੈ। ਮਤਲਬ ਆਪਾਂ ਤਾਂ ਐਕਸ ਦੀ ਵੈਲਿਊਜ਼ ਨੂੰ ਫਾਈਂਡ ਆਊਟ ਕਰਨਾ। ਇਹਦੇ 'ਚ ਕੀ ਆ ਜਾਊਗਾ, ਐਂਗਲ A ਪਲੱਸ ਐਂਗਲ E ਪਲੱਸ ਐਂਗਲ B ਕਿੰਨਾ 5x, ਐਂਗਲ C ਕਿੰਨਾ 6x, ਐਂਗਲ D ਕਿੰਨਾ 7x ਬਰਾਬਰ। ਹੁਣ ਬਰਾਬਰ ਕਾਹਦੇ ਰੱਖਣਾ ਹੈ, ਇਹ ਕੀ ਹੈ ਪੈਂਟਾਗਨ 5 ਸਾਈਡਸ ਵਾਲਾ। ਜੇ ਪੈਂਟਾਗਨ 5 ਸਾਈਡਸ ਵਾਲਾ ਤੁਸੀਂ n - 2 × 180 ਡਿਗਰੀ ਫਾਰਮੂਲਾ ਯੂਜ਼ ਕਰਿਓ, ਤੁਹਾਡੇ ਕੋਲ ਆਂਸਰ ਇੱਥੇ ਆ ਜਾਊਗਾ 540। ਕਲੀਅਰ। ਹੁਣ ਆਪਾਂ ਤੁਹਾਨੂੰ ਕਿਹਾ ਸੀ A ਪਲੱਸ E ਦਾ ਜਿਹੜਾ ਸਮ ਹੈ ਉਹ 180 ਡਿਗਰੀ ਹੋਊਗਾ। ਬਾਕੀ ਸਾਰਿਆਂ ਨੂੰ ਸੋਲਵ ਕਰ ਲਿਓ ਅਤੇ ਇਹਨੂੰ ਕੀ ਹੈ ਐਕਸ ਦੀ ਵੈਲਿਊ ਨੂੰ ਫਾਈਂਡ ਆਊਟ ਕਰਕੇ 5 × ਦੈਟ ਵੈਲਿਊ, 6 × ਦੈਟ ਵੈਲਿਊ, 7 × ਦੈਟ ਵੈਲਿਊ ਸੋਲਵ ਕਰ ਲਿਓ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ 2 ਐਂਗਲਸ ਆਫ ਅ ਪੋਲੀਗਨ ਆਰ ਰਾਈਟ ਐਂਗਲਸ ਐਂਡ ਦ ਰਿਮੇਨਿੰਗ ਆਰ 120 ਈਚ। ਹੁਣ ਇਹ ਥੋੜ੍ਹਾ ਕੁਐਸਚਨ ਹੋਰ ਧਿਆਨ ਨਾਲ ਦੇਖਣ ਵਾਲਾ, ਦੇਖੋ ਧਿਆਨ ਨਾਲ। ਇੱਕ ਪੋਲੀਗਨ ਦੇ ਵਿੱਚ ਕੀ ਹੈ,
ਜਿਹਦੇ ਵਿੱਚ ਆਪਾਂ ਨੰਬਰ ਆਫ ਸਾਈਡਸ ਗਿਵਨ ਨਹੀਂ, ਵੀ ਕਿੰਨੀ ਕੁ ਨੰਬਰ ਆਫ ਸਾਈਡਸ ਵਾਲੀ ਪੋਲੀਗਨ ਹੋਊਗੀ, ਉਹ ਆਪਾਂ ਨੂੰ ਗਿਵਨ ਨਹੀਂ ਗੀ। ਲੈਟ ਕਰ ਲਓ ਨੰਬਰ ਆਫ ਸਾਈਡਸ ਆਫ ਦੈਟ ਪੋਲੀਗਨ ਜਿਹੜੀ ਹੈਗੀ ਉਹ n ਹੈਗੀ ਹੈ, ਠੀਕ ਹੈ। ਅਗਰ ਆਪਾਂ ਨੂੰ 2 ਐਂਗਲਸ ਉਸ ਪੋਲੀਗਨ ਦੇ ਗਿਵਨ ਹੈ ਕਿ 90 ਰਾਈਟ ਐਂਗਲਸ ਹੈ, ਮਤਲਬ 90 ਡਿਗਰੀ ਹੈ, 2 ਐਂਗਲਸ ਆਪਾਂ ਨੂੰ ਗਿਵਨ ਹੈ 90 ਡਿਗਰੀ ਹੈ, ਅਤੇ ਬਾਕੀ ਵੀ ਜਿਹੜੇ ਐਂਗਲਸ ਆ ਉਹ ਹਰੇਕ ਦਾ ਮੈਜਰ 120 ਡਿਗਰੀ ਹੈ, 120 ਡਿਗਰੀ ਹਰੇਕ ਦਾ ਮੈਜਰ ਹੈ। ਦੇਖੋ ਧਿਆਨ ਨਾਲ, ਅਗਰ ਮੇਰੇ ਕੋਲ ਨੰਬਰ ਆਫ ਸਾਈਡਸ n ਹੈ, n ਵਿੱਚੋਂ ਮੈਨੂੰ 2 ਐਂਗਲਸ ਤਾਂ ਪਤਾ ਲੱਗ ਗਏ। ਜੇ ਮੰਨ ਲਓ ਮੇਰੇ ਕੋਲ 5 ਸਾਈਡਸ ਹੈ, 5 ਵਿੱਚੋਂ ਮੈਨੂੰ 2 ਐਂਗਲ ਤਾਂ ਪਤਾ ਲੱਗ ਗਏ, ਤਾਂ ਮੈਂ 5 - 2 ਕਰੂੰਗੀ ਨਾ, ਮਤਲਬ ਮੇਰੇ ਕੋਲ 3 ਸਾਈਡਸ ਬਚ ਗਈਆਂ। ਸਿਮਿਲਰਲੀ ਫੋਰ ਐਗਜ਼ਾਮਪਲ ਮੇਰੇ ਕੋਲ 8 ਸਾਈਡ ਦੀ ਕੋਈ ਵੀ ਚੀਜ਼ ਹੈ, 8 ਵਿੱਚੋਂ 2 ਜਿਹੜੇ ਐਂਗਲਸ ਹੈ, 8 ਐਂਗਲਸ 'ਚੋਂ 2 ਐਂਗਲਸ ਤਾਂ ਮੇਰੇ 90 ਦੇ ਹੈ, ਮਤਲਬ ਮੇਰੇ ਕੋਲ ਰਿਮੇਨਿੰਗ ਕਿੰਨੇ ਰਹਿ ਜਾਣਗੇ, 6 ਹੀ ਰਹਿ ਜਾਣਗੇ ਨਾ। ਉਵੇਂ ਜੇ ਮੇਰੇ ਕੋਲ n ਸਾਈਡ ਦੀ ਪੋਲੀਗਨ ਹੈ, n ਸਾਈਡ ਵਿੱਚੋਂ ਮੈਨੂੰ 2 ਦਾ ਮੈਜਰ ਤਾਂ ਪਤਾ ਹੈ ਕਿ 90 ਦਾ 90 ਹੈ ਦੋਨੋਂ, ਅਤੇ ਬਾਕੀ ਜਿਹੜੇ ਐਂਗਲ ਹੈ ਜਿਹੜੇ n - 2 ਬਚ ਗਏ ਹੈ, n - 2 ਬਚ ਗਿਆ, ਉਹ ਹਰੇਕ ਦਾ ਐਂਗਲ ਜੋੜ ਜਿਹੜਾ ਹੈ ਮੈਜਰ ਹੈ ਉਹ 120 ਡਿਗਰੀ ਹੈ, ਠੀਕ ਹੈ। 2 ਐਂਗਲਸ ਤਾਂ ਮੈਨੂੰ ਪਤਾ ਸੀ, ਅਤੇ ਜਿਹੜੇ ਬਾਕੀ ਐਂਗਲ ਬਚ ਗਏ, ਕਿੰਨੇ ਬਚ ਗਏ, n - 2 ਬਚ ਗਏ, ਹਰੇਕ ਦਾ ਜਿਹੜਾ ਮੈਜਰ ਹੈ ਉਹ 120 ਡਿਗਰੀ ਹੈ, ਠੀਕ ਹੈ। ਇਜ਼ ਇਕੁਅਲ ਟੂ, ਹੁਣ ਇਜ਼ ਇਕੁਅਲ ਟੂ ਕਾਹਦੇ ਰੱਖੋਗੇ, ਸੇਮ ਫਾਰਮੂਲਾ n - 2 ਇੰਟੂ 180 ਡਿਗਰੀ, ਕਿਉਂਕਿ ਆਪਾਂ ਇਹੀ ਫਾਰਮੂਲਾ ਯੂਜ਼ ਕਰਦੇ ਹਾਂ ਇੰਟੀਰੀਅਰ ਐਂਗਲਸ ਲਈ ਕਿ n ਸਾਈਡਸ ਹੈ। ਹੁਣ ਅੱਗੇ ਤਾਂ ਆਪਣੇ ਕੋਲ ਸਾਈਡਸ ਗਿਵਨ ਸੀ, ਆਪਾਂ ਵੈਲਿਊ ਪੁੱਟ ਕਰ ਲੈਂਦੇ ਸੀ, ਹੁਣ ਜੇ ਮੈਨੂੰ ਵੈਲਿਊ n ਸਾਈਡ ਦਾ ਮੈਂ ਨਹੀਂ ਰੱਖਤਾ, ਠੀਕ ਹੈ। ਕਿੰਨਾ ਆ ਜਾਊਗਾ 180 ਪਲੱਸ, ਇਹਨੂੰ ਕੀ ਚੰਗੀ ਤਰ੍ਹਾਂ ਥੋੜ੍ਹਾ ਸੋਲਵ ਕਰ ਲਓ, 120n - 240 ਇਜ਼ ਇਕੁਅਲਸ ਟੂ, ਇਹਨੂੰ ਵੀ ਸੋਲਵ ਕਰ ਲਓ, 180n - 360। ਇੱਦਾਂ ਆ ਗਿਆ, ਤੁਸੀਂ n ਦੀ ਵੈਲਿਊ ਨੂੰ ਇੱਥੇ ਸੋਲਵ ਕਰ ਲਓ। ਚਲੋ ਮੈਂ ਸੋਲਵ ਕਰ ਦਿੰਦੀ ਹਾਂ। ਕਿਵੇਂ ਆਊਗਾ ਦੇਖੋ, 360 ਇੱਧਰ ਮਾਈਨਸ ਦਾ, ਉੱਧਰ ਜਾ ਕੇ ਪਲੱਸ ਦਾ ਕਰ ਦਿਓ, -240 ਇਜ਼ ਇਕੁਅਲਸ ਟੂ 180n ਉਵੇਂ ਪਲੱਸ 120, ਉੱਧਰ ਜਾ ਕੇ -120 ਬਚ ਜੂਗਾ। ਇਹਨੂੰ ਚੰਗੀ ਤਰ੍ਹਾਂ ਸੋਲਵ ਕਰ ਲਓ, 180 ਪਲੱਸ 360 -240, ਆਪਣੇ ਕੋਲ ਆਨਸਰ ਆ ਜਾਊਗਾ 300 ਇਜ਼ ਇਕੁਅਲਸ ਟੂ, ਜਦੋਂ 180 ਵਿੱਚੋਂ ਤੁਸੀਂ 120 ਨੂੰ ਮਾਈਨਸ ਕਰੋਗੇ ਤਾਂ ਆਨਸਰ ਇੱਥੇ ਆ ਜਾਊਗਾ ਆਪਣੇ ਕੋਲ 60n। ਤਾਂ ਇੱਥੋਂ ਕੀ ਹੈ, 60 ਨੂੰ ਡਿਵਾਈਡ ਵਿੱਚ ਲੈ ਜਾਓ, 0 ਕੱਟ ਵਿਦ 0, 3 1 3, 3 2 6, 5, ਮਤਲਬ ਆਪਣੇ ਕੋਲ ਨੰਬਰ ਆਫ ਸਾਈਡਸ ਕਿੰਨੀ ਆ ਗਈ ਇੱਥੇ ਆਪਣੇ ਕੋਲ 5। ਤਾਂ ਇਹ ਜਿਹੜੀ ਕੋਈ ਵੀ ਚੀਜ਼ ਪੋਲੀਗਨ ਹੋਊਗੀ 5 ਸਾਈਡਡ ਪੋਲੀਗਨ ਹੋਊਗੀ। ਕਲੀਅਰ। ਨੈਕਸਟ ਕੁਐਸਚਨ ਆਪਣੇ ਕੋਲ, ਇਨ ਅ ਹੈਕਸਾਗਨ ABCD ਆ ਕੋਈ ਵੀ ਆਪਣੇ ਕੋਲ ਹੈਕਸਾਗਨ ਗਿਵਨ ਹੈ ਜਿਹਦੇ ਵਿੱਚ AB ਹੈ ਜਿਹੜਾ ਉਹ ਪੈਰਲਲ ਹੈ EF ਦੇ, AB ਪੈਰਲਲ ਹੈ EF ਦੇ। ਪੈਰਲਲ ਦੇਣ ਦਾ ਮਤਲਬ ਕੀ ਹੁੰਦਾ ਕਿ ਆਹ ਦੋਨੋਂ ਜਿਹੜਾ ਐਂਗਲਸ ਦਾ ਜੋੜ 180 ਹੋਊਗਾ, ਅਤੇ ਆਪਾਂ ਨੂੰ ਐਂਗਲ B ਗਿਵਨ ਹੈ 6x, ਐਂਗਲ C ਗਿਵਨ ਹੈ, ਕਿੱਥੇ ਐਂਗਲ C 4x, ਐਂਗਲ D ਗਿਵਨ ਆਪਾਂ ਨੂੰ 2x, ਐਂਗਲ E ਗਿਵਨ ਆਪਾਂ ਨੂੰ 3x। ਸਾਰਾ ਕੁਛ ਆਪਾਂ ਨੂੰ ਗਿਵਨ ਹੈ, ਆ ਆਪਾਂ ਨੂੰ ਉਹ 180 ਗਿਵਨ ਹੈ, ਠੀਕ ਹੈ। ਉਵੇਂ ਯੂਜ਼ ਕਰਿਓ, A ਪਲੱਸ F ਪਲੱਸ E ਕਿੰਨਾ 3x, ਸਾਰੇ ਵੈਲਿਊਜ਼ ਇੱਦਾਂ ਪੁੱਟ ਕਰ ਦਿਓ, ਠੀਕ ਹੈ। ਹੁਣ ਇਹਨੂੰ ਬਰਾਬਰ ਕਾਹਦੇ ਰੱਖਣਾ ਹੈ, ਬਰਾਬਰ ਕੀ ਨੰਬਰ ਆਫ ਸਾਈਡਸ ਕਾਊਂਟ ਕਰ ਲਓ। ਹੈਕਸਾਗਨ ਗਿਵਨ ਹੈ, ਸੱਚ ਹੈਕਸਾ ਗਿਵਨ ਹੈ, n - 2 ਇੰਟੂ 180 ਡਿਗਰੀ ਫਾਰਮੂਲਾ ਯੂਜ਼ ਕਰਿਓ, 6 - 2 ਇੰਟੂ 180 ਡਿਗਰੀ, ਜਿੰਨਾ ਵੀ ਆਨਸਰ ਆਇਆ ਇੱਥੇ ਪੁੱਟ ਕਰ ਦਿਓ, x ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਿਓ, ਅਤੇ A ਪਲੱਸ F ਦੀ ਵੈਲਿਊ 180 ਡਿਗਰੀ ਪੁੱਟ ਕਰਿਓ ਕਿਉਂਕਿ ਦੋਨੋਂ ਪੈਰਲਲ ਹੈ, ਠੀਕ ਹੈ। ਤਾਂ ਟਰਾਂਸਵਰਸਲ ਲਾਈਨ ਦਾ ਜਿਹੜਾ ਜੋੜ ਅਤੇ ਐਂਗਲਸ ਦਾ ਜੋੜ ਹੁੰਦਾ ਹੈ ਉਹ 180 ਡਿਗਰੀ ਹੁੰਦਾ ਹੈ। ਨੈਕਸਟ ਆ ਗਿਆ ਆਪਣੇ ਕੋਲ, ਦ ਐਂਗਲਸ ਆਫ ਹੈਕਸਾਗਨ ਆਰ ਦਿਸ ਐਂਡ ਫਾਈਂਡ x। ਇਹ ਤੁਸੀਂ ਆਪਣੇ ਆਪ ਕਰਨਾ ਹੈ ਕਿ ਸਾਰੇ ਜਿਹੜੇ ਐਂਗਲਸ ਆਪਾਂ ਨੂੰ ਗਿਵਨ ਹੈ ਮੈਜਰ, ਤੁਸੀਂ ਬਰਾਬਰ ਕੀ ਹੈ ਹੈਕਸਾਗਨ ਦੇ ਰੱਖ ਦਿਓ। ਆਪਾਂ ਹੈਕਸਾਗਨ ਹੁਣੇ ਫਾਈਂਡ ਆਊਟ ਕੀਤਾ ਸੀ ਇੱਥੇ, ਓਕੇ। ਆਪਾਂ ਫਾਈਂਡ ਆਊਟ ਨਹੀਂ ਕੀਤਾ, ਤੁਸੀਂ ਕਰ ਲਿਓ। ਫਾਈਂਡ ਆਊਟ ਕਰਨ ਤੋਂ ਬਾਅਦ ਤੁਹਾਡਾ ਇੱਥੇ ਹੈਕਸਾਗਨ ਦਾ ਆਊਗਾ ਮਾਈਟ ਬੀ 720, ਠੀਕ ਹੈ। ਸਾਰਿਆਂ ਦਾ ਜੋੜ 720 ਦੇ ਬਰਾਬਰ ਰੱਖ ਕੇ x ਦੀ ਵੈਲਿਊ ਨੂੰ ਫਾਈਂਡ ਆਊਟ ਕਰ ਲਿਓ, ਫਿਰ ਇਹਦੇ ਵਿੱਚ x ਦੀ ਵੈਲਿਊਜ਼ ਨੂੰ ਹਰੇਕ ਵਿੱਚ ਪੁੱਟ ਕਰ ਦਿਓ।